मैं ਵਪਾਰਿਕ ਖੇਤੀ ਮੈਗਜ਼ੀਨ ਤੋਂ ਗੁਰਦਰਸ਼ਨ ਬਰਾੜ। ਅੱਜ ਅਸੀਂ ਪਹੁੰਚੇ ਹਾਂ ਖੇਤੀ ਵਿਰਾਸਤ ਮਿਸ਼ਨ, ਜੋ ਕਿ ਕੈਮੀਕਲ ਦਵਾਈਆਂ, ਰਸਾਇਣਿਕ ਖਾਦਾਂ ਤੋਂ ਉੱਪਰ ਉੱਠ ਕੇ ਕਿਸਾਨਾਂ ਨੂੰ ਜ਼ਹਿਰ ਮੁਕਤ ਖੇਤੀ ਕਰਨ ਦਾ ਸੁਨੇਹਾ ਦਿੰਦਾ ਹੈ। ਅੱਜ ਅਸੀਂ ਬਾਰਿਸ਼ ਹੋਣ ਕਰਕੇ ਬੇਸ਼ੱਕ ਪੂਰਾ ਕਵਰ ਨਹੀਂ ਕਰ ਪਾਵਾਂਗੇ ਉਹਨਾਂ ਦਾ ਸੁਨੇਹਾ, ਪਰ ਫਿਰ ਵੀ ਅਸੀਂ ਲੈਂਦੇ ਹਾਂ। ਉਹਨਾਂ ਦੇ ਅਮਰਿੰਦਰ ਦੱਤ ਜੀ ਦੇ ਸਹਾਇਕ ਸਾਡੇ ਕੋਲ ਮੌਜੂਦ ਨੇ। ਸਤਿ ਸ਼੍ਰੀ ਅਕਾਲ ਭਾਈ ਸਾਹਿਬ, ਸਵਾਗਤ ਤੁਹਾਡਾ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ ਮੈਗਜ਼ੀਨ ਨੂੰ। ਮੈਂ ਸੌਰਭ ਸੈਣੀ, ਖੇਤੀ ਵਿਰਾਸਤ ਮਿਸ਼ਨ ਤੋਂ। ਇੱਥੇ ਜਿਹੜਾ ਬਠਿੰਡੇ ਪ੍ਰੋਗਰਾਮ ਕੀਤਾ ਗਿਆ ਹੈ, ਈਟ ਰਾਈਟ ਮੇਲਾ ਹੈ, ਇਹ ਡਿਪਾਰਟਮੈਂਟ ਆਫ ਹੈਲਥ ਵੱਲੋਂ ਕੀਤਾ ਗਿਆ ਹੈ ਬਠਿੰਡੇ ਦੀ। ਅਤੇ ਇਹਦੇ 'ਚ ਤਰ੍ਹਾਂ ਤਰ੍ਹਾਂ ਦੀਆਂ ਜਿਵੇਂ ਅੱਜ ਕੱਲ੍ਹ ਬਿਮਾਰੀਆਂ ਹੋ ਰਹੀਆਂ, ਉਹਨਾਂ ਨੂੰ ਕਿਵੇਂ ਕੰਟਰੋਲ ਕੀਤਾ ਜਾਵੇ। ਤਾਂ ਉਹਨਾਂ ਨੂੰ ਕੰਟਰੋਲ ਕਰਨ ਵਾਸਤੇ ਸਭ ਤੋਂ ਜ਼ਰੂਰੀ ਹੈ ਕਿ ਆਪਣੀ ਹੈਲਥ 'ਤੇ ਹੀ ਕੰਮ ਕੀਤਾ ਜਾਵੇ, ਆਪਣੀ ਡਾਈਟ 'ਤੇ ਕੰਮ ਕੀਤਾ ਜਾਵੇ, ਅਤੇ ਕਿਵੇਂ ਚੰਗੀ ਚੀਜ਼ ਖਾਈਏ ਅਤੇ ਕਿਵੇਂ ਆਪਣੇ ਆਪ ਨੂੰ ਸਿਹਤ ਬਣਾਈਏ। ਉਹਦੇ ਵਾਸਤੇ ਮੇਲੇ ਦਾ ਥੀਮ ਰੱਖਿਆ ਗਿਆ ਈਟ ਰਾਈਟ ਮੇਲਾ। ਅਤੇ ਇੱਥੇ ਸਾਨੂੰ ਮੌਕਾ ਮਿਲਿਆ ਆਪਣੇ ਆਪ ਨੂੰ ਇੱਥੇ ਐਗਜ਼ੀਬਿਸ਼ਨ ਲਾਉਣ ਦਾ। ਅਤੇ ਖੇਤੀ ਵਿਰਾਸਤ ਮਿਸ਼ਨ ਵੱਲੋਂ ਇੱਥੇ ਲਿਟਰੇਚਰ ਦੀ ਸਟੋਲ ਲੱਗੀ, ਖੇਤੀ ਵਿਰਾਸਤ ਮਿਸ਼ਨ ਵੱਲੋਂ ਇੱਥੇ ਮਿਲਟਸ ਦੀ ਸਟੋਲ ਲੱਗੀ। ਸਾਡੇ ਫਾਰਮਰਸ ਨੂੰ ਅਸੀਂ ਬੁਲਾਇਆ ਜਿਹੜੇ ਆਰਗੈਨਿਕ ਫਾਰਮਿੰਗ ਕਰਦੇ ਹੈ, ਉਹਨਾਂ ਨੇ ਆਪਣੀ ਇੱਥੇ ਸਟੋਲ ਲਗਾਈ। ਜਿਹੜਾ ਉਹਨਾਂ ਕੋਲ ਗੁੜ ਹੁੰਦਾ ਸੀ, ਸ਼ੱਕਰ ਹੁੰਦੀ ਹੈ ਜਾਂ ਦਾਲਾਂ ਹੁੰਦੀਆਂ, ਜੋ ਵੀ ਚੀਜ਼ ਉਹਨਾਂ ਕੋਲ ਹੁੰਦੀ ਹੈ, ਉਹਨਾਂ ਦੀ ਸਟੋਲ ਉਹਨਾਂ ਨੇ ਲਗਾਈ। ਅਤੇ ਇੱਥੇ ਜਿਹੜੇ ਮੇਰੇ ਪਿੱਛੇ ਤੁਸੀਂ ਦੇਖ ਰਹੇ ਹੋ, ਇਹ ਮਿਲਟ ਦੀ ਰਸੋਈ ਚੱਲ ਰਹੀ ਹੈ, ਬੇਬੇ ਦੀ ਮਿਲਟ ਰਸੋਈ। ਅਤੇ ਇਹਦੇ 'ਚ ਅਸੀਂ ਮਿਲਟ ਜਿਹੜੇ ਮੂਲ ਅਨਾਜ, ਜਿਨ੍ਹਾਂ ਨੂੰ ਆਪਾਂ ਕਹਿੰਦੇ ਹਾਂ ਆਪਣੇ ਪੁਰਖਿਆਂ ਦੇ ਅਨਾਜ ਹੁੰਦੇ ਸੀ। ਇੱਕ ਆਪਾਂ ਗੱਲ ਸੁਣਦੇ ਹੁੰਦੇ ਹਾਂ, ਇੱਕ ਆਪਣੇ ਪੁਰਖੇ ਹੁੰਦੇ ਸੀ, ਉਹਨਾਂ ਨੂੰ ਕਦੇ ਸ਼ੂਗਰ ਦੀ, ਕੋਈ ਡਾਇਬਟੀਜ਼ ਦੀ ਬਿਮਾਰੀ ਨਹੀਂ ਹੋਈ। ਮੈਨੂੰ ਵੀ ਯਾਦ ਹੈ ਮੇਰੇ ਦਾਦਾ ਜੀ ਸੇਰ ਸਵਾ ਸੇਰ ਮਿੱਠਾ ਮਜ਼ਾਕ 'ਚ ਖਾ ਜਾਇਆ ਕਰਦੇ। ਉਹਨਾਂ ਨੂੰ ਕਦੇ ਮਤਲਬ ਸ਼ਰਤ ਲਾ ਕੇ ਖਾਇਆ ਕਰਦੇ, ਹੰਸੀ ਮਜ਼ਾਕ 'ਚ। ਉਹਨਾਂ ਨੂੰ ਕਦੇ ਸ਼ੂਗਰ ਦੀ ਬਿਮਾਰੀ ਨਹੀਂ ਪਈ। ਪਰ ਅੱਜ ਛੋਟੇ ਛੋਟੇ ਜਵਾਕਾਂ ਨੂੰ ਸ਼ੂਗਰ ਦੀ ਬਿਮਾਰੀ ਹੋ ਰਹੀ ਹੈ। ਕਾਰਨ ਕੀ ਸੀਗਾ? ਉਹਨਾਂ ਦੀ ਖੁਰਾਕ ਚੰਗੀ ਸੀਗੀ। ਖੁਰਾਕ ਕਿਵੇਂ ਚੰਗੀ ਸੀਗੀ? ਉਹ ਜਿਹੜਾ ਅਨਾਜ ਖਾਇਆ ਕਰਦੇ ਉਹ ਚੰਗਾ ਸੀਗਾ। ਅਨਾਜ ਆਪਾਂ ਅੱਜ ਕੇਵਲ ਕਣਕ ਅਤੇ ਝੋਨੇ, ਦੋ ਚੀਜ਼ਾਂ 'ਤੇ ਨਿਰਭਰ ਰਹਿ ਗਏ ਹਾਂ। ਆਪਾਂ ਕਾਸ਼ਤ ਵੀ ਉਹਨਾਂ ਦੀ ਕਰਦੇ ਹਾਂ ਅਤੇ ਆਪਾਂ ਖਾਂਦੇ ਵੀ ਉਹੀ ਹਾਂ। ਉਹ ਸਭ ਤੋਂ ਵੱਡੀ ਸਮੱਸਿਆ ਹੋ ਗਈ ਹੈ। ਕਣਕ ਦੇ ਅੰਦਰ ਜਿਹੜਾ ਗਲੂਟਨ ਹੁੰਦਾ ਹੈ, ਉਹ ਸਭ ਤੋਂ ਜ਼ਿਆਦਾ ਡਾਇਬਟੀਜ਼ ਕੋਜ਼ਿੰਗ ਹੁੰਦਾ ਹੈ। ਉਹ ਇੱਕੋ ਦਮ ਐਨਰਜੀ ਦਿੰਦਾ ਹੈ। ਇਹ ਜਿਹੜੇ ਮੂਲ ਅਨਾਜ ਨੇ, ਇਹ ਆਪਣੇ ਵਿਰਾਸਤੀ ਅਨਾਜ ਨੇ। ਆਪਾਂ ਗੱਲ ਸੁਣਦੇ ਹਾਂ, ਬਾਬਾ ਨਾਨਕ ਜੀ ਦੇ ਗੁਰਬਾਣੀ 'ਚ ਵੀ ਆਉਂਦਾ ਹੈ, ਉਹਨਾਂ ਨੇ ਜਿਹੜੇ 2 ਰੋਟੀਆਂ ਨਿਚੋੜੀ ਸੀ, ਇੱਕ ਰੋਟੀ 'ਚੋਂ ਦੁੱਧ ਨਿਕਲਿਆ ਸੀ। ਉਹ ਰੋਟੀ ਸੀਗੀ ਕੋਦਰੇ ਦੀ ਰੋਟੀ। ਜਿਹੜੀ ਕੋਦਰੇ ਦੀ ਰੋਟੀ ਉਹਨਾਂ ਨੇ ਭਾਈ ਲਾਲੋ ਦੇ ਘਰ ਖਾਧੀ ਸੀ। ਅਤੇ ਉਹ ਫਿਰ ਜਦ ਆਪਾਂ ਗੱਲ ਸੁਣਦੇ ਹਾਂ ਪੰਜਾਬੀ ਗੀਤਾਂ ਦੀ, ਅਤੇ ਜਿਹੜੇ ਯਮਲਾ ਜੱਟ ਦੇ ਗਾਣੇ ਹੁੰਦੇ ਸੀ, ਆਰ ਟਾਂਗਾ ਪਾਰ ਟਾਂਗਾ ਵਿੱਚ ਟੱਲਮ ਟੱਲੀਆਂ, ਅਤੇ ਉਹਦੇ 'ਚ ਵੀ ਸਾਰੇ ਮੂਲ ਅਨਾਜਾਂ ਦਾ ਜ਼ਿਕਰ ਹੁੰਦਾ ਹੈ। ਅਤੇ ਇਹਦੇ 'ਚ ਆਪਾਂ ਨੂੰ ਕੀ ਦੇਖਣ ਨੂੰ ਮਿਲਦਾ ਹੈ ਕਿ ਇਹ ਅਨਾਜ ਆਪਣੇ ਵਿਰਾਸਤੀ ਅਨਾਜ ਹੁੰਦੇ ਸੀ, ਪੰਜਾਬ ਦੇ ਹੀ ਅਨਾਜ ਹੁੰਦੇ ਸੀ। ਅੱਜ ਆਪਾਂ ਗੱਲ ਕਰਦੇ ਹਾਂ ਇੰਟਰਨੈਸ਼ਨਲ ਈਅਰ ਆਫ ਮਿਲਟਸ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਘੋਸ਼ਿਤ ਕੀਤਾ ਹੋਇਆ ਹੈ, ਤਾਂ ਹੀ ਕਰਕੇ ਸਰਕਾਰਾਂ ਮਿਲਟ 'ਤੇ ਜ਼ੋਰ ਲਾ ਰਹੀਆਂ। ਉਹ ਮਿਲਟ ਕੀ ਹੈ? ਉਹ ਆਪਣੇ ਵਿਰਾਸਤੀ ਅਨਾਜ ਹੀ ਨੇ। ਆਪਾਂ ਭੁੱਲ ਗਏ ਉਹਨਾਂ ਨੂੰ। ਹੁਣ ਆਪਾਂ ਮਿਲਟ ਦੇ ਤੌਰ 'ਤੇ ਉਹਨਾਂ ਨੂੰ ਇੰਟਰੋਡਿਊਸ ਕਰਾ ਰਹੇ ਹਾਂ। ਉਹਨਾਂ ਦੇ ਫਾਇਦੇ ਕੀ ਨੇ? ਉਹਨਾਂ ਦੇ ਅੰਦਰ ਫਾਈਬਰ ਭਰਪੂਰ ਮਾਤਰਾ 'ਚ ਉਪਲਬਧ ਹੈ। ਫਾਈਬਰ ਉਹ ਤੁਹਾਡੀ ਬੋਡੀ ਦੀ ਕਲੀਨਜ਼ਿੰਗ ਕਰਦਾ ਹੈ, ਉਹ ਸਾਰਾ ਸਾਫ਼ ਕਰਦਾ ਹੈ। ਔਰ ਜਿਹੜੇ ਰੇਸ਼ੇ ਹੁੰਦੇ ਆ, ਉਹ ਬੋਡੀ ਨੂੰ ਬਿਲਕੁਲ ਸਾਫ਼ ਕਰਦੇ ਆ। ਜਿਹੜਾ ਵੀ ਅੰਦਰ ਤੁਹਾਡੇ ਟੌਕਸਿਨਸ ਜਮ੍ਹਾਂ ਹੋਏ ਹੋਏ ਹੈ, ਉਹਨਾਂ ਨੂੰ ਇੱਕਦਮ ਕਲੀਨ ਕਰ ਦਿੰਦੇ ਅਤੇ ਤੁਹਾਨੂੰ ਹੈਲਦੀ ਕਰ ਦਿੰਦੇ ਆ। ਉਹ ਵਜ਼ਨ ਨਹੀਂ ਵਧਣ ਦਿੰਦੇ, ਵੇਟ ਕੰਟਰੋਲ ਕਰਦੇ ਆ। ਜਿੰਨੇ ਵੀ ਸਾਡੇ ਲੋਕਾਂ ਨੇ, ਸਾਥੀਆਂ ਨੇ ਮਿਲਟ ਖਾਣੇ ਸ਼ੁਰੂ ਕੀਤੇ, ਉਹਨਾਂ ਨੇ ਕਿਹਾ ਕਿ ਬਈ ਸਾਡਾ ਵਜ਼ਨ, ਜਿਹੜਾ ਸਭ ਤੋਂ ਵੱਡੀ ਸਮੱਸਿਆ ਸੀ ਮੋਟਾਪਾ, ਉਹ ਕੰਟਰੋਲ 'ਚ ਆ ਗਿਆ। ਸਾਡੇ ਚੈਣਾ ਪਿੰਡ ਤੋਂ ਗੁਰਦਰਸ਼ਨ ਸਿੰਘ ਚੇਅਰਮੈਨ ਜੀ ਹੈਗੇ ਹੈ, ਉਹ ਦਿਨ ਦੇ 3 ਟੀਕੇ ਲਾਇਆ ਕਰਦੇ ਇਨਸੂਲਿਨ ਦੇ। ਉਹਨਾਂ ਨੇ 3 ਟੀਕੇ ਬੰਦ ਕਰਤੇ। ਸ਼ਹਿਰ 'ਤੇ ਜਾਂਦੇ ਹੁਣ 4 ਕਿਲੋਮੀਟਰ, ਪਹਿਲਾਂ ਉਹਨਾਂ ਤੋਂ ਤੁਰਿਆ ਵੀ ਨਹੀਂ ਜਾਂਦਾ ਸੀ। ਉਹ ਕਹਿੰਦੇ ਮਿਲਟ ਖਾ ਕੇ ਮੈਨੂੰ ਤਾਂ ਨਵੀਂ ਜ਼ਿੰਦਗੀ ਮਿਲ ਗਈ ਹੈ। ਅਸੀਂ ਪਿੰਡਾਂ 'ਚ ਵੀ ਥੋੜ੍ਹੇ ਦਿਨ ਪਹਿਲਾਂ ਹੀ ਇੱਕ ਪਰਿਆਵਰਣ, ਕੁਦਰਤੀ ਖੇਤੀ ਅਤੇ ਸਿਹਤ ਚੇਤਨਾ ਯਾਤਰਾ ਕੱਢੀ ਸੀ। ਉਹਦੇ 'ਚ ਅਸੀਂ ਜਦੋਂ ਇਹ ਮਿਲਟ ਦੀ ਗੱਲ ਕੀਤੀ, ਕਿਉਂਕਿ ਝੋਨੇ ਦਾ ਇਹ ਬਦਲ ਨੇ, ਬਹੁਤ ਹੀ ਖੂਬਸੂਰਤ ਬਦਲ ਨੇ। ਝੋਨੇ ਦੀ ਪਰਾਲੀ ਨੂੰ ਤੁਹਾਨੂੰ ਅੱਗ ਲਾਉਣੀ ਪਏਗੀ। ਇਹਦੀ ਪਰਾਲੀ ਤੁਸੀਂ ਪਸ਼ੂਆਂ ਨੂੰ ਚਾਰੋਗੇ, ਤੁਹਾਨੂੰ ਬਹੁਤ ਹੀ ਮਤਲਬ ਉੱਤਮ ਕੁਆਲਿਟੀ ਦਾ ਦੁੱਧ ਮਿਲੇਗਾ। ਅਤੇ ਦੂਜਾ, ਇਹ ਅਨਾਜ ਇਹੋ ਜਿਹੇ ਨੇ, ਕਿਉਂਕਿ ਝੋਨਾ ਆਪਣੇ ਪੰਜਾਬ 'ਚ ਖਾਂਦੇ ਘੱਟ, ਲਗਾਉਂਦੇ ਹਰ ਕੋਈ ਹੈ। ਅਤੇ ਇਹ ਮੂਲ ਅਨਾਜ ਜੇ ਤੁਸੀਂ ਖਾਓਗੇ, ਤੁਹਾਡਾ ਸ਼ੂਗਰ ਦਾ ਖਰਚਾ ਜਿਹੜਾ, ਕਿਉਂਕਿ ਅੱਜ ਸਭ ਤੋਂ ਜ਼ਿਆਦਾ ਖਰਚਾ ਜਿਹੜਾ ਹੁੰਦਾ ਹੈ ਆਪਣੀ ਕਮਾਈ ਦਾ, ਉਹ ਡਾਕਟਰਾਂ ਕੋਲ ਜਾਂਦਾ ਹੈ। ਜੇ ਸਾਡੇ ਨਾਲ ਜਿਹੜੇ ਡਾਕਟਰ ਜੁੜੇ ਹੋਏ ਹੈ, ਡਾਕਟਰ ਅਮਰ ਸਿੰਘ ਆਜ਼ਾਦ ਹੈ, ਡਾਕਟਰ ਖਾਦਰ ਵਲੀ ਨੇ, ਜਿਨ੍ਹਾਂ ਨੂੰ ਮਿਲਟ ਮੈਨ ਆਫ ਇੰਡੀਆ ਕਹਿੰਦੇ ਹੈ, ਉਹ ਕਹਿੰਦੇ ਤੁਹਾਨੂੰ ਡਾਕਟਰਾਂ ਕੋਲ ਜਾ ਕੇ ਦਵਾਈ ਲੈਣ ਦੀ ਤਾਂ ਲੋੜ ਹੀ ਹੈ ਨਹੀਂ। ਤੁਸੀਂ ਜਿਵੇਂ ਗੁਰੂ ਨਾਨਕ ਦੇਵ ਜੀ ਵੀ ਕਹਿੰਦੇ ਸੀ, ਬਲਿਹਾਰੀ ਕੁਦਰਤ ਵਸਿਆ, ਮਤਲਬ ਕੁਦਰਤ 'ਚ ਹੀ ਸਾਰਾ ਕੁਝ ਵਸਿਆ ਹੋਇਆ ਹੈ। ਅਤੇ ਜੇ ਆਪਾਂ ਆਪਣੇ ਆਪ ਨੂੰ, ਆਪਣੇ ਜੀਵਨ ਜਾਂਚ ਨੂੰ ਕੁਦਰਤ ਨੂੰ ਸਮਰਪਿਤ ਕਰ ਦਈਏ, ਤਾਂ ਆਪਾਂ ਨੂੰ ਕੋਈ ਦਵਾਈ ਬਾਹਰੋਂ ਲੈਣ ਦੀ ਲੋੜ ਨਹੀਂ। ਆਪਾਂ ਆਪਣੇ ਆਪ ਨੂੰ ਅੰਦਰੋਂ ਹੀ ਠੀਕ ਕਰ ਸਕਦੇ ਹਾਂ, ਆਪਣੀ ਖੁਰਾਕ ਨਾਲ ਠੀਕ ਕਰ ਸਕਦੇ ਹਾਂ। ਅਤੇ ਐਸੀ ਸੋਚ ਕੇ ਅਸੀਂ ਇੱਥੇ ਮਿਲਟ ਦੀ ਇੱਕ ਰਸੋਈ ਲਗਾਈ ਹੈ, ਬੇਬੇ ਦੀ ਮਿਲਟ ਰਸੋਈ, ਜਿਹਦੇ ਵਿੱਚ ਅਸੀਂ ਮਿਲਟ ਤੋਂ ਬਣੇ ਹੋਏ ਟਿੱਕੀਆਂ, ਮਿਲਟ ਦਾ ਅੰਬਲੀ ਸ਼ੇਕ, ਮਿਲਟ ਦਾ ਪੁਲਾਵ, ਮਿਲਟ ਦੇ ਖੀਰ ਪੂੜੇ, ਉਹ ਸਾਰੀ ਚੀਜ਼ਾਂ ਬਣਾਈਆਂ ਅਤੇ ਲੋਕਾਂ ਨੂੰ ਅਵੇਅਰ ਕਰ ਰਹੇ ਹਾਂ। ਭਾਈ ਖੀਰ ਪੂੜੇ ਤੁਸੀਂ ਉੱਦਾਂ ਵੀ ਖਾਂਦੇ ਹੀ ਹੋ, ਕਣਕ ਦੇ ਛੱਡ ਕੇ ਤੁਸੀਂ ਇਹ ਖਾ ਲਓ, ਇਹ ਨਾਲੇ ਤੁਹਾਨੂੰ ਸ਼ੂਗਰ ਨਹੀਂ ਕਰਨਗੇ, ਇਹ ਤੁਹਾਡਾ ਰੋਗ ਵੀ ਘਟਾਉਣਗੇ, ਅਤੇ ਖਾਣ ਨੂੰ ਵੀ ਬਹੁਤ ਸਵਾਦ ਨੇ। ਤੁਸੀਂ ਦੇਖੋਗੇ ਟਿੱਕੀ ਵੀ ਬਹੁਤ ਸਵਾਦ ਹੋਏਗੀ ਜੀ। ਡਾਕਟਰ ਸਾਹਿਬ, ਕਿਹੜੀ ਫਸਲ ਹੈ ਜਿਹਦੇ 'ਚ ਤੁਸੀਂ ਬਗੈਰ ਖਾਦਾਂ ਤੋਂ, ਬਗੈਰ ਰਸਾਇਣਿਕ ਖਾਦਾਂ ਤੋਂ ਅਤੇ ਬਗੈਰ ਕੀੜੇ ਮਾਰ ਦਵਾਈਆਂ ਤੋਂ
ਤੁਸੀਂ ਉਹ ਫਸਲ ਪੈਦਾ ਕਰ ਲੈਂਦੇ ਹੋ। ਤੇ ਦੂਸਰਾ ਕਿ ਕਿਹੜਾ ਸਟੇਟ ਹੈ ਜਿਹੜਾ ਕੈਮੀਕਲ ਰਹਿਤ ਹੋ ਗਿਆ? ਕੈਮੀਕਲ ਰਹਿਤ ਤਾਂ ਦੇਖੋ ਜੀ ਸਿੱਕਿਮ ਹੋਇਆ ਹੈ ਹਜੇ ਤੱਕ ਆਪਾਂ ਜਿਹੜਾ ਸੁਣਦੇ ਹਾਂ, ਪਰ ਸਾਡੇ ਜਗਤਾਰ ਸੋਤਾ ਜੀ ਨੇ ਇੱਕ ਗੀਤ ਵੀ ਬਣਾਇਆ ਹੈ, ਕਰੀ ਕਿਤੇ ਮਿਹਰ ਰੱਬਾ ਸਾਡੇ ਵੀ ਪੰਜਾਬ ਤੇ, ਜਿਵੇਂ ਤੂੰ ਕਰੀ ਹੈ ਸਿੱਕਿਮ ਗੁਜਰਾਤ ਤੇ। ਸਿੱਕਿਮ ਤੇ ਗੁਜਰਾਤ ਤੇ ਕੰਮ ਚੱਲ ਰਿਹਾ ਕਾਫੀ ਵੱਡੇ ਪੱਧਰ ਤੇ ਪੰਜਾਬ ਤੇ ਵੀ ਉੱਦਾਂ ਦਾ ਹੀ ਅਸੀਂ ਕਰਨਾ ਚਾਹੁੰਦੇ ਹਾਂ। ਤੇ ਜਿਵੇਂ ਤੁਸੀਂ ਗੱਲ ਕੀਤੀ, ਇਹ ਜਿਹੜੇ 5 ਮੂਲ ਅਨਾਜ ਨੇ, ਕੰਗਣੀ, ਕੋਦਰਾ, ਕੁਟਕੀ, ਸਵਾਂਕ, ਹਰੀ ਕੰਗਣੀ, ਇਹ ਕਹਿੰਦੇ ਜੇ ਇਹਨਾਂ 'ਚ ਤੁਸੀਂ ਡੀਏਪੀ ਯੂਰੀਆ ਪਾਓਗੇ ਨਾ ਤਾਂ ਵੀ ਇਹਨਾਂ ਨੇ ਨਹੀਂ ਲੈਣਾ। ਇਹਨਾਂ ਨੂੰ ਲੋੜ ਹੀ ਹੈ ਨਹੀਂ ਡੀਏਪੀ ਯੂਰੀਆ ਦੀ, ਇਹਨਾਂ ਨੂੰ ਪਾਣੀ ਦੀ ਵੀ ਲੋੜ ਨਹੀਂ। ਪੰਜਾਬ 'ਚ ਅੱਜ ਪਾਣੀ ਦੀ ਆਪਾਂ ਦੁਰਵਰਤੋਂ ਕੀਤੀ, 5 ਦਰਿਆਵਾਂ ਦੀ ਧਰਤੀ ਸੀਗੀ ਤੇ ਉਹਦੇ ਦੁਰਵਰਤੋਂ ਕਰਕੇ ਪਾਣੀ ਖਤਮ ਹੋ ਗਿਆ ਆਪਣਾ, ਡਾਰਕ ਜ਼ੋਨ 'ਚ ਚਲੇ ਗਏ ਆਪਾਂ ਪੈਸਟੀਸਾਈਡ ਇੰਨੇ ਪਾਏ, ਆਪਾਂ ਕੈਮੀਕਲ ਇੰਨੇ ਪਾਏ, ਆਪਾਂ ਫਰਟੀਲਾਈਜ਼ਰਸ ਇੰਨੇ ਪਾਏ ਕਿ ਆਪਣੀ ਜਿਹੜੀ ਖਾਣ ਪੀਣ 'ਚ ਜਿਹੜੀ ਵੀ ਚੀਜ਼ਾਂ ਆਪਾਂ ਵਰਤਦੇ ਹਾਂ ਹਰ ਇੱਕ 'ਚ ਕੋਈ ਨਾ ਕੋਈ ਟੌਕਸਿਕ ਮਤਲਬ ਐਲੀਮੈਂਟ ਹੁੰਦਾ ਹੈ। ਤੇ ਉਹਨੂੰ ਕੰਟਰੋਲ ਕਰਨ ਵਾਸਤੇ ਜਿਹੜੇ ਇਹ ਮੂਲ ਅਨਾਜ ਨੇ ਇਹਨਾਂ 'ਚ ਤੁਹਾਨੂੰ ਕੋਈ ਚੀਜ਼ ਪਾਉਣ ਦੀ ਲੋੜ ਨਹੀਂ। ਇਹ ਬਾਰਿਸ਼ ਦੇ ਸਾਰੇ ਪਲਦੇ ਹੈ, ਬਰਾਨੀ ਫਸਲਾਂ ਨੇ ਇਹ, ਤੇ ਕੋਈ ਮਤਲਬ ਕੀੜਾ ਵੀ ਨਹੀਂ ਪੈਂਦਾ ਇਹਨਾਂ 'ਚ, ਤੇ ਤਾਂ ਕਰਕੇ ਅਸੀਂ ਇਹ ਰਿਕਮੈਂਡ ਕਰਦੇ ਹਾਂ। ਬਾਕੀ ਜਿਵੇਂ ਤੁਸੀਂ ਗੱਲ ਪੁੱਛੀ ਕਿਹੜੀ ਫਸਲਾਂ ਤੁਸੀਂ ਲੈਂਦੇ ਹੋ, ਹਰ ਇੱਕ ਫਸਲ, ਅਸੀਂ ਖੇਤੀ ਵਿਰਾਸਤ ਮਿਸ਼ਨ ਦੀ ਇਹ ਫਿਲੋਸਫੀ ਹੈ ਕਿ ਸਾਡੇ ਡਾਕਟਰ ਅਮਰ ਸਿੰਘ ਆਜ਼ਾਦ ਕਹਿੰਦੇ ਆ, ਟੌਕਸਿਸਿਟੀ ਐਨੀਵੇਅਰ ਇਨ ਦਾ এনवायरमेंट ਇਜ਼ ਟੌਕਸਿਸਿਟੀ ਐਵਰੀਵੇਅਰ ਇਨ ਦਾ এনवायरमेंट। ਮਤਲਬ ਜ਼ਹਿਰ ਭਾਵੇਂ ਥੋੜਾ ਹੋਵੇ ਭਾਵੇਂ ਜ਼ਿਆਦਾ ਹੋਵੇ, ਜੇ ਕਿਤੇ ਵੀ ਆਪਾਂ ਵਰਤਦੇ ਹਾਂ ਤੇ ਸਾਰੇ ਕਿਤੇ ਉਹ ਜ਼ਹਿਰ ਵੱਡੀ ਮਾਤਰਾ 'ਚ ਹੀ ਆਪਣੇ ਥਾਲੀ 'ਚ ਆਉਂਦਾ ਹੈ। ਤੇ ਤਾਂ ਅਸੀਂ ਸਭ ਤੋਂ ਪਹਿਲਾਂ ਕਿਸਾਨ ਨੂੰ ਕਹਿੰਦੇ ਹਾਂ, ਭਾਈ ਸਭ ਤੋਂ ਪਹਿਲਾਂ ਆਪਣੇ ਖਾਣਯੋਗ ਤੂੰ ਸੁਰੱਖਿਅਤ ਭੋਜਨ ਉਗਾ, ਉਹਦੇ 'ਚ ਤੂੰ ਕੋਈ ਦਵਾਈ ਨਹੀਂ ਪਾਣੀ। ਕੋਈ ਦਵਾਈ ਤਾਂ ਆਪਾਂ ਨਾਮ ਦੇਤਾ, ਵੈਸੇ ਹੈ ਉਹ ਜ਼ਹਿਰ। ਤੂੰ ਕੋਈ ਜ਼ਹਿਰ ਨਹੀਂ ਪਾਣਾ, ਕੋਈ ਰੇ ਨਹੀਂ ਪਾਣੀ, ਕੋਈ ਸਪਰੇ ਨਹੀਂ ਪਾਣੀ। ਰੂੜੀ ਦੀ ਰੇਗ ਬਣਦੀ ਹੈ, ਬਹੁਤ ਵਧੀਆ ਉੱਤਮ ਕੁਆਲਿਟੀ ਦੀ ਬਣਦੀ ਹੈ, ਡੀਕੰਪੋਜ਼ ਕੀਤਾ ਜਾਂਦਾ ਉਹਨੂੰ, ਉਹ ਸਾਇੰਟੀਫਿਕਲੀ ਅਪਰੂਵਡ ਹੈ, ਠੀਕ ਹੈ। ਦੂਜਾ ਉਹ ਕੋੜੇ ਪੱਤਿਆਂ ਦਾ ਘੋਲ ਬਣਾਉਂਦੇ ਆ ਜਿਹਨੂੰ ਬਾਇਓਪੈਸਟੀਸਾਈਡ ਅਸੀਂ ਕਹਿੰਦੇ ਹਾਂ, ਖੱਟੀ ਲੱਸੀ ਦਾ ਘੋਲ ਬਣਾਉਂਦੇ ਆ, ਤੇ ਉਹ ਚੀਜ਼ਾਂ ਇਸਤੇਮਾਲ ਕਰਕੇ ਸਵਾਦ ਦਾ ਧੂੜਾ ਹੁੰਦਾ ਹੈ, ਉਹ ਚੀਜ਼ਾਂ ਇਸਤੇਮਾਲ ਕਰਕੇ ਅਸੀਂ ਬਹੁਤ ਵਧੀਆ ਤਰੀਕੇ ਨਾਲ, ਸਾਡੇ ਆਰਗੈਨਿਕ ਫਾਰਮਰਸ ਇੱਥੇ ਆਏ ਹੋਏ ਹੈ, ਜੇ ਉਹਨਾਂ ਨੂੰ ਤੁਸੀਂ ਮਿਲਣਗੇ ਉਹ ਦੱਸਣਗੇ ਝਾੜ ਵੀ ਥੋੜ੍ਹੇ ਟਾਈਮ ਵਾਸਤੇ ਤਾਂ ਘਟਦਾ ਹੈ, ਬਟ ਜਦੋਂ ਸੋਇਲ ਦਾ ਕਾਰਬਨ ਕੰਟੈਂਟ ਇੰਪਰੂਵ ਹੋ ਜੇ, ਜਦੋਂ ਉਹਦੀ ਹਿਊਮਸ ਜਿਹੜਾ ਉਹ ਇੰਪਰੂਵ ਹੋ ਜੇ, ਫਿਰ ਤਾਂ ਕੋਈ ਚੀਜ਼ ਦੀ ਲੋੜ ਨਹੀਂ। ਤੇ ਤਾਂ ਕਰਕੇ ਅਸੀਂ ਸਭ ਤੋਂ ਪਹਿਲਾਂ ਕਿਸਾਨਾਂ ਨੂੰ ਇਹੀ ਸਿਖਾਉਂਦੇ ਹਾਂ, ਬਈ ਪਹਿਲਾਂ ਆਪਣੀ ਮਿੱਟੀ ਦੀ ਸਿਹਤ ਤੇ ਕੰਮ ਕਰੋ ਜੀ। ਡਾਕਟਰ ਸਾਹਿਬ ਬ੍ਰਿੰਜਲ ਤੇ ਬੋਲਦੇ ਆ ਕਿ ਵੀ ਬੈਂਗਣ ਹੈ ਜਿਹੜਾ, ਇਹ ਖਾਦਾਂ ਤੋਂ ਤੇ ਸਪਰੇਅ ਤੋਂ ਬਗੈਰ ਨਹੀਂ ਹੋ ਸਕਦਾ, ਤਾਂ ਇਹਦੇ ਬਾਰੇ ਹੈ ਕਿ ਇਹ ਇਸ ਤਰ੍ਹਾਂ ਦੀ ਫਸਲ ਵੀ ਤੁਸੀਂ ਬਗੈਰ ਖਾਦਾਂ ਤੇ ਸਪਰੇਅ ਤੋਂ ਬਗੈਰ ਕਰ ਸਕਦੇ ਹੋ? ਬਿਲਕੁਲ ਜੀ, ਬਹੁਤ ਸੋਹਣੇ ਤਰੀਕੇ ਕਿਸਾਨ ਕਰਦੇ ਆ। ਮੰਡੀਆਂ 'ਚ ਸਾਡੇ ਕਿਸਾਨਾਂ ਦਾ ਆਰਗੈਨਿਕ ਜਿਹੜਾ ਅਸੀਂ ਕਪਾਹ ਮਿੱਟੀ ਦੇਸੀ ਆਰਗੈਨਿਕ ਨਰਮਾ ਅਸੀਂ ਕਰਦੇ ਆ, ਉਹਦਾ ਵੀ ਇੱਕ ਅੱਗੇ ਵੀ ਕੰਮ ਅਸੀਂ ਚਲਾਇਆ ਵਾ, ਜਿਹੜਾ ਹੈਗਾ ਤ੍ਰਿੰਜਨ ਦਾ ਸਾਡਾ ਕੰਮ। ਤ੍ਰਿੰਜਨ ਖੇਤੀ ਵਿਰਾਸਤ ਮਿਸ਼ਨ ਦਾ ਇੱਕ ਪ੍ਰਕਲਪ ਹੈ, ਜਿਹਦੇ ਤਹਿਤ ਅਸੀਂ ਕੀ ਕਰਦੇ ਹਾਂ, ਕਿਸਾਨਾਂ ਤੋਂ ਨੋਨ ਬੀਟੀ ਆਰਗੈਨਿਕ ਕੋਟਨ ਗਰੋ ਕਰਵਾਉਂਦੇ ਆ, ਆਰਗੈਨਿਕਲੀ ਤਰੀਕੇ ਨਾਲ ਉਹਨੂੰ ਗਰੋ ਕਰਾਉਂਦੇ ਆ। ਫਿਰ ਉਹ ਕਪਾਹ ਜਦੋਂ ਗਰੋ ਹੋ ਜਾਂਦੀ ਹੈ, ਫਿਰ ਅਸੀਂ ਉਹਨਾਂ ਨੂੰ ਬੀਬੀਆਂ ਨੂੰ ਦਿੰਦੇ ਆ ਚਰਖਾ, ਜਿਹੜਾ ਪੰਜਾਬ ਦਾ ਸੱਭਿਆਚਾਰ ਸੀਗਾ, ਚਰਖੇ ਤੇ ਬੀਬੀਆਂ ਧਾਗੇ ਨੂੰ ਕੱਤਦੀਆਂ, ਧਾਗਾ ਕੱਤਦੀਆਂ, ਫਿਰ ਉਹਦਾ ਖੱਡੀ ਤੇ ਉਹਦਾ ਕੱਪੜਾ ਬਣਦਾ ਹੈ। ਤੇ ਆਰਗੈਨਿਕ ਕੋਟਨ ਦਾ ਕੱਪੜਾ ਵੀ ਅਸੀਂ ਬਣਾਉਂਦੇ ਹਾਂ ਸਰ, ਉਹਨੂੰ ਆਰਗੈਨਿਕ ਡਾਈ ਕਰਕੇ। ਤੇ ਮਤਲਬ ਹਰ ਇੱਕ ਚੀਜ਼ ਆਰਗੈਨਿਕ ਅਸੀਂ ਕਰਦੇ ਹਾਂ। ਕਿਸਾਨਾਂ ਦੇ ਲਈ ਸੁਨੇਹਾ, ਖੇਤੀਬਾੜੀ ਵਿਭਾਗ ਦੇ ਲਈ ਕੋਈ ਸੁਨੇਹਾ, ਯੂਨੀਵਰਸਿਟੀ ਲਈ ਕੋਈ ਸੁਨੇਹਾ, ਖੇਤੀਬਾੜੀ ਵਿਭਾਗ ਐਜੂਕੇਸ਼ਨ ਡਿਪਾਰਟਮੈਂਟ ਲਈ ਕੋਈ ਸੁਨੇਹਾ, ਜਾਂ ਇਸ ਨਾਲ ਸੰਬੰਧਿਤ ਹੈਲਥ ਡਿਪਾਰਟਮੈਂਟ ਲਈ ਕੋਈ ਸੁਨੇਹਾ ਦੇਣਾ ਚਾਹੁੰਦੇ ਜੀ? ਸਭ ਤੋਂ ਪਹਿਲਾਂ ਕਿਸਾਨਾਂ ਨੂੰ ਅਸੀਂ ਸੁਨੇਹਾ ਦੇਵਾਂਗੇ ਕਿ ਕਿਸਾਨ ਸਾਥੀ ਜਿਹੜੇ ਸਾਡੇ ਹੈਗੇ ਆ, ਉਹ ਆਰਗੈਨਿਕ ਚੀਜ਼ਾਂ ਉਗਾਉਣ, ਇਹ ਮਿਲਟ ਤੇ ਆਉਣ। ਮਿਲਟ ਉਹ ਉਗਾਉਣਗੇ, ਸਭ ਤੋਂ ਪਹਿਲਾਂ ਤਾਂ ਉਹਨਾਂ ਦਾ ਆਪ ਦਾ ਸਵਾਸਥ ਜਿਹੜਾ ਹੈਗਾ, ਆਪ ਦੇ ਬੱਚੇ ਹੈਗੇ ਉਹ ਮਤਲਬ ਹੈਲਦੀ ਹੋਣਗੇ, ਉਹ ਸਵਸਥ ਹੋਣਗੇ, ਉਹਨਾਂ ਦਾ ਹਸਪਤਾਲਾਂ ਦਾ ਖਰਚਾ ਘਟੇਗਾ। ਅੱਜ ਕਿਸਾਨ ਕੀ ਸੋਚਦਾ ਹੈ, ਮੈਂ ਬਈ ਝੋਨਾ ਲਾ ਲਿਆ, ਮੈਂ ਇੰਨਾ ਝਾੜ ਲੈ ਲਿਆ, ਜੇ ਉਹਨੂੰ ਕੋਈ ਪੁੱਛਣ ਵਾਲਾ ਹੋਵੇ, ਭਾਈ ਤੂੰ ਇੰਨਾ ਝਾੜ ਲੈ ਤਾਂ ਲਿਆ, ਇਹਦੇ 'ਚੋਂ ਕਿੰਨਾ ਪਾਰਟ ਤੇਰਾ ਕੈਮੀਕਲ ਇੰਡਸਟਰੀ ਨੂੰ ਗਿਆ। ਮੈਂ ਇੱਕ ਸਰਵੇ ਕੀਤਾ ਸੀ, ਕੋਟਨ ਦੇ ਮੇਰਾ ਕੰਮ ਸੀਗਾ, ਤੇ ਕੋਟਨ ਦੇ ਮੈਂ ਸਰਵੇ ਕੀਤਾ ਸੀ, ਲਗਭਗ 9,000 ਰੁਪਏ ਪਰ ਕੋਟਨ ਸੀਜ਼ਨ ਪਰ ਏਕੜ ਅਸੀਂ ਕੈਮੀਕਲ ਕੰਪਨੀਆਂ ਨੂੰ ਦਿੰਦੇ ਹਾਂ। ਉਹਦੇ 'ਚ ਯੂਰੀਆ, DAP, ਕੈਮੀਕਲ ਪੈਸਟੀਸਾਈਡ, ਉਹਦੇ 'ਚ ਕੈਮੀਕਲ ਫਰਟੀਲਾਈਜ਼ਰਸ, ਉਹ ਸਾਰੀ ਚੀਜ਼ਾਂ ਆਉਂਦੀਆਂ। ਤੇ ਜੇ ਕੋਈ ਆਰਗੈਨਿਕ ਕਪਾਹ ਕਰਨ ਵਾਲਾ ਕਿਸਾਨ ਹੈ, ਉਹ ਉਹੀ ਪੈਸਾ ਉਹਦੇ ਕੋਲ ਬਚਦਾ ਹੈ। ਤੇ ਦੂਜਾ, ਉਹ ਜਿਹੜੇ ਆਲੇ ਦੁਆਲੇ ਉਹਦੇ ਰਹਿੰਦੇ ਆ ਲੋਕ, ਜਿਹੜੇ ਦਿਹਾੜੀਏ ਰਹਿੰਦੇ ਆ, ਜਿਹਨੂੰ ਵੀ ਉਹ ਵਰਗ ਕਹਿੰਦੇ ਆ, ਉਹ ਕਿਸੇ ਦੇ ਪਰਿਵਾਰ 'ਚ ਜਾ ਕੇ ਉਹ ਕਿਸੇ ਨੂੰ ਖਾਣ ਜੋਗੇ ਅਨਾਜ ਦਿੰਦਾ ਹੈ ਉਹ ਪੈਸਾ। ਤੇ ਆਪਾਂ ਗੱਲ ਕਰਦੇ ਹਾਂ ਕਾਰਪੋਰੇਟ ਵਰਲਡ ਤੋਂ ਆਪਾਂ ਛੁਟਕਾਰਾ ਪਾਉਣਾ ਹੈ, ਉਦੋਂ ਛੁਟਕਾਰਾ ਪਾਉਣ ਵਾਸਤੇ ਬੀਜ ਆਪਣੇ ਹੋਣੇ ਚਾਹੀਦੇ। ਸਭ ਤੋਂ ਪਹਿਲਾਂ ਸਾਡੇ ਕਿਸਾਨ ਜਿਹੜੇ ਹੈਗੇ ਉਹ ਦੇਸੀ ਬੀਜ ਬਣਾਉਂਦੇ ਆ, ਦੇਸੀ ਬੀਜ ਗਾਂ ਤੋਂ ਗਾਂ ਬਣ ਜਾਂਦੇ ਆ। ਹਾਈਬ੍ਰਿਡ ਬੀਜ ਜਿਹੜੇ ਹੈਗੇ ਉਹ ਦੁਬਾਰਾ ਤੁਸੀਂ ਨਹੀਂ ਬੀਜ ਸਕਦੇ, ਬਟ ਦੇਸੀ ਬੀਜ ਤੁਹਾਡੇ ਹੋਣਗੇ। ਇੱਕ ਵਾਰੀ ਬੀਜ ਤੁਹਾਡੇ ਕੋਲ ਆ ਗਿਆ, ਮੰਨ ਲਓ ਉਹ ਸਾਰੀ ਉਮਰ ਤੁਹਾਡੇ ਕੋਲ ਹੀ ਰਹੇਗਾ। ਬੀਜ ਤੋਂ ਤੁਸੀਂ ਆਪਣੇ ਬੀਜ ਬਣਾਓਗੇ। ਸਭ ਤੋਂ ਪਹਿਲਾਂ ਜਿਵੇਂ 1500 ਰੁਪਏ ਖਰਚਾ ਪੈਂਦਾ ਹੈ 1 ਏਕੜ 'ਚ, ਜੇ ਤੁਸੀਂ ਨਰਮਾ ਲਾਉਂਦੇ ਹੋ, BT ਨਰਮਾ, ਹਾਈਬ੍ਰਿਡ ਨਰਮਾ। ਜੇ ਤੁਸੀਂ ਆਰਗੈਨਿਕ ਲਾਉਂਦੇ ਹੋ, ਇੱਕ ਵਾਰੀ ਤੁਹਾਨੂੰ ਸਿਰਫ 300 ਰੁਪਏ ਕਿਲੋ ਬੀਜ ਮਿਲਦਾ ਹੈ, ਜਾਂ ਫਿਰ 60 ਰੁਪਏ ਕਿਲੋ ਮਿਲਦਾ ਹੈ। ਦੋ ਤਰ੍ਹਾਂ ਦੇ ਬੀਜ ਹੁੰਦੇ ਆ,
तो ਇੱਕ ਵਾਰੀ ਵਨ ਟਾਈਮ ਇਨਵੈਸਟਮੈਂਟ ਹੋਏਗੀ। ਉਸ ਤੋਂ ਅੱਗੇ ਤੁਸੀਂ ਬੀਜ ਆਪਦਾ ਬਣਾਉਣਾ ਹੈ, ਉਹ ਤੁਹਾਡਾ ਉਹ ਖਰਚਾ ਘਟ ਗਿਆ ਹਮੇਸ਼ਾ ਵਾਸਤੇ। ਅੱਗੇ ਤੁਸੀਂ ਜਿਹੜੇ ਬਾਇਓ ਪੈਸਟੀਸਾਈਡ ਬਣਾਉਣੇ ਆ, ਨਿੰਮ ਤੁਹਾਡੇ ਕੋਲ ਹੁੰਦੀ ਹੈ, ਕੜਵੇ ਪੱਤੇ ਸਾਰੇ, ਧਤੂਰਾ, ਅੱਕ, ਉਹ ਤੁਹਾਡੇ ਆਮ ਮਿਲ ਜਾਂਦਾ, ਉਹਨਾਂ ਤੋਂ ਤੁਸੀਂ ਉਹ ਬਾਇਓ ਪੈਸਟੀਸਾਈਡ ਬਣਾਓਗੇ, ਉਹ ਕੀੜੇ ਕੰਟਰੋਲ ਹੋ ਜਾਂਦੇ ਆ। ਦੂਜਾ ਸਾਡੇ ਇੱਕ ਕਹਾਵਤ ਹੈ ਸੰਸਕ੍ਰਿਤ 'ਚ ਜਿਹਨੂੰ ਕਹਿੰਦੇ ਆ ਕੀਟ ਨਿਯੰਤਰਣਾ ਹੈ ਕੀਟਾ ਹੀ ਅਸਤਰ ਮੋਘਾ। ਜੇ ਆਪਾਂ ਕੀੜਿਆਂ ਨੂੰ ਛੇੜੀਏ ਨਾ ਤੇ ਕੀੜੇ ਕੁਛ ਨਹੀਂ ਕਹਿੰਦੇ। ਪਹਿਲਾਂ ਆਪਣੇ ਬਜ਼ੁਰਗ ਖੇਤੀ ਕਰਿਆ ਕਰਦੇ, ਜਿਵੇਂ ਇੱਕ ਐਗਰੀਕਲਚਰ ਦੀ ਬ੍ਰਾਂਚ ਹੈ ਵਰਕਸ਼ ਆਯੁਰਵੇਦਾ, ਜਿਵੇਂ ਆਯੁਰਵੇਦ ਇੱਕ ਬ੍ਰਾਂਚ ਹੈ ਨਾ, ਉਵੇਂ ਹੀ ਵਰਕਸ਼ ਆਯੁਰਵੇਦ ਹੈ ਜਿਹਦੇ 'ਚ ਬੂਟਿਆਂ ਦੇ ਬਿਮਾਰੀਆਂ ਬਾਰੇ ਦੱਸਿਆ ਗਿਆ। ਉਹਦੇ 'ਚ ਦੱਸਿਆ ਗਿਆ ਆਪਣੇ ਜਿਹੜੇ ਬਜ਼ੁਰਗ ਖੇਤੀ ਕਰਦੇ ਹੁੰਦੇ ਸੀ, ਉਹ ਕਦੇ ਲਾਲੇ ਦੀ ਦੁਕਾਨ 'ਤੇ, ਤੁਸੀਂ ਸੁਣਿਆ ਬਾਬਾ ਨਾਨਕ ਨੇ ਵੀ ਖੇਤੀ ਕੀਤੀ ਸੀ, ਉਹ ਤਾਂ ਕਦੇ ਨਹੀਂ ਗਏ ਕਿਸੇ ਲਾਲੇ ਦੀ ਦੁਕਾਨ 'ਤੇ ਕੋਈ ਜ਼ਹਿਰ ਦੀ ਪੂੜੀ ਖਰੀਦਣ ਜਾਂ ਕੋਈ ਇੱਦਾਂ ਦੀ ਚੀਜ਼ ਖਰੀਦਣ। ਉਹ ਕੀ ਕਰਦੇ ਸੀ, ਉਹ ਕੁਦਰਤ ਤੋਂ ਸਿੱਖਦੇ ਸੀ, ਕਿਹੜੇ ਵੇਲੇ ਕਿਹੜੇ ਕੀੜੇ ਨੇ ਆਉਣਾ ਹੈ, ਉਹਨੂੰ ਰੋਕਥਾਮ ਕਰਨ ਵਾਸਤੇ ਪਹਿਲਾਂ ਹੀ ਉਹ ਇੰਤਜ਼ਾਮ ਕਰਦੇ ਸੀ। ਤੇ ਉਹੀ ਅਸੀਂ ਦੱਸਦੇ ਹਾਂ। ਅਸੀਂ ਕੀਟ ਸਾਖਰਤਾ ਇੱਕ ਲਾਉਂਦੇ ਹਾਂ ਜਿਹਦੇ 'ਚ ਅਸੀਂ ਕੀੜਿਆਂ ਦੀ ਪਹਿਚਾਣ ਕਰਾਉਂਦੇ ਹਾਂ ਕਿਸਾਨਾਂ ਨੂੰ, ਤੇ ਫਿਰ ਉਹਨਾਂ ਨੂੰ ਦੱਸਦੇ ਹਾਂ ਭਾਈ ਜੇ ਇੰਨੀ ਮਾਤਰਾ ਤੋਂ ਜ਼ਿਆਦਾ ਇੱਕ ਥ੍ਰੈਸ਼ਹੋਲਡ ਲੈਵਲ ਹੁੰਦਾ ਹੈ, ਜੇ ਉਹ ਤੋਂ ਜ਼ਿਆਦਾ ਤੁਹਾਡੇ ਖੇਤ 'ਚ ਕੀੜੇ ਆਉਂਦੇ ਹੈ ਤਾਂ ਤੁਹਾਨੂੰ ਥੋੜੀ ਚਿੰਤਾ ਕਰਨ ਦੀ ਲੋੜ ਹੈ। ਤੇ ਉਹਦੇ ਵਾਸਤੇ ਤੁਸੀਂ ਨਿੰਮ ਦਾ ਸਪਰੇਅ ਕਰਤਾ, ਧਤੂਰੇ ਦਾ, ਉਹ ਸਾਰੇ ਕੌੜੇ ਪੱਤਿਆਂ ਦਾ ਘੋਲ ਲਾਤਾ, ਇਹ ਸਾਰੇ ਤੁਸੀਂ ਇੰਤਜ਼ਾਮ ਕਰਤੇ। ਤਾਂ ਦੂਜਾ ਇਹਦੇ 'ਚ ਵਿਭਿੰਨਤਾ ਹੋਣੀ ਚਾਹੀਦੀ ਹੈ, ਜਿਹਨੂੰ ਆਪਾਂ ਕਹਿੰਦੇ ਹਾਂ ਫਸਲ ਵਿਭਿੰਨਤਾ। ਜਿਵੇਂ ਤੁਸੀਂ ਗੱਲ ਕਰੋਗੇ ਝੋਨੇ ਦੇ ਖੇਤ 'ਚ ਇਕੱਲਾ ਝੋਨਾ ਹੋਏਗਾ, ਠੀਕ ਹੈ। ਦੂਜਾ ਜਿਹੜਾ BT ਆਰਗੈਨਿਕ ਕੋਟਨ, BT ਕੋਟਨ ਹੁੰਦਾ, ਉਹਦੇ 'ਚ ਇਕੱਲਾ ਕੋਟਨ ਹੀ ਹੋਏਗਾ। ਬਟ ਜਿਹੜਾ ਸਾਡੇ ਵਾਲਾ ਕੋਟਨ ਜਿਹੜਾ ਹੁੰਦਾ ਆਰਗੈਨਿਕ ਕੋਟਨ, ਜਿਹਨੂੰ ਅਸੀਂ ਕਿਸਾਨਾਂ ਤੋਂ ਕਰਾਉਂਦੇ ਹਾਂ, ਉਹ ਵਿੱਚ ਉਹਦੇ ਮੂੰਗੀ ਵੀ ਲਾਉਂਦੇ ਆ, ਵਿੱਚ ਗੈਂਦਾ ਵੀ ਲਾਉਂਦੇ ਆ, ਵਿੱਚ ਸਬਜ਼ੀਆਂ ਵੀ ਲਾਉਂਦੇ ਆ। ਹੁਣ ਪਿਛਲੀ ਵਾਰੀ ਕੀ ਹੋਇਆ, ਪਿਛਲੀ ਵਾਰੀ ਮੀਂਹ ਪਿਆ ਤੇ ਕੋਟਨ ਦੀ ਕਰੋਪ ਖਰਾਬ ਹੋ ਗਈ। ਤੇ ਮੈਂ ਇੱਕ ਸਰਵੇ ਕੀਤਾ ਸੀ, ਮੈਂ BT ਕੋਟਨ ਵਾਲੇ ਕਿਸਾਨਾਂ ਨੂੰ ਵੀ ਪੁੱਛਿਆ ਕਿ ਤੁਹਾਨੂੰ ਕਿੰਨਾ ਨੁਕਸਾਨ ਹੋਇਆ, ਤੇ ਆਰਗੈਨਿਕ ਕੋਟਨ ਵਾਲਿਆਂ ਨੂੰ। ਆਰਗੈਨਿਕ ਕੋਟਨ ਵਾਲੇ ਕਹਿੰਦੇ ਸਾਨੂੰ ਕਪਾਹ 'ਚ ਬੇਸ਼ੱਕ ਨੁਕਸਾਨ ਹੋ ਗਿਆ, ਪਰ ਸਾਡੀ ਜ਼ਮੀਨ ਨੇ ਸਾਨੂੰ ਸਬਜ਼ੀਆਂ ਦਿੱਤੀ, ਸਾਨੂੰ ਮੂੰਗੀ ਦਿੱਤੀ, ਕੁਛ ਨਾ ਕੁਛ ਇਨਕਮ ਸਾਨੂੰ ਮਿਲੀ ਹੈ। ਤੇ ਇਹ ਵੀ ਇੱਕ ਹੈਗਾ ਕਿ ਇੰਟਰਕ੍ਰੋਪਿੰਗ ਜਾਂ ਮਿਕਸ ਕ੍ਰੋਪਿੰਗ ਜਦੋਂ ਆਪਾਂ ਕਰਦੇ ਹਾਂ ਤੇ ਉਹਦੇ 'ਚੋਂ ਲੈਵਲ ਜੇ ਆਪਾਂ ਕਰਦੇ ਹਾਂ, ਮੰਨ ਲਓ ਕਪਾਹ ਦਾ ਥੋੜ੍ਹਾ ਝਾੜ ਹੋ ਸਕਦਾ ਸ਼ਾਇਦ ਘਟ ਗਿਆ ਹੋਵੇ, ਪਰ ਉਹਦੀ ਪੂਰਤੀ ਤੁਹਾਡੀ ਮੂੰਗੀ ਕਰੇਗੀ, ਉਹਦੀ ਪੂਰਤੀ ਤੁਹਾਡੇ ਗੈਂਦੇ ਦੇ ਫੁੱਲ ਕਰਨਗੇ, ਉਹਦੀ ਪੂਰਤੀ ਤੁਹਾਡੀ ਅਰਹਰ ਦੀ ਦਾਲ ਕਰੇਗੀ ਜਿਹੜੀ ਤੁਸੀਂ ਬਾਉਂਡਰੀ 'ਤੇ ਲਾਓਗੇ। ਤਾਂ ਇੱਦਾਂ ਕਰਕੇ ਉਹ ਜ਼ਿਆਦਾ ਹੀ ਬਣ ਜਾਂਦਾ ਹੈ ਜੀ। ਡਾਕਟਰ ਸਾਹਿਬ ਤੁਸੀਂ ਖੇਤੀਬਾੜੀ ਵਿਭਾਗ ਨੂੰ, ਯੂਨੀਵਰਸਿਟੀ ਨੂੰ ਸੁਨੇਹਾ ਦੇਣਾ ਭੁੱਲ ਗਏ। ਉਹ ਵਧੀਆ ਤੁਸੀਂ ਯਾਦ ਗੱਲ ਕਰਾਈ ਮੇਰੀ। ਖੇਤੀਬਾੜੀ ਯੂਨੀਵਰਸਿਟੀ ਨੂੰ ਅਸੀਂ ਸੁਨੇਹਾ ਦੇਣਾ ਚਾਹਾਂਗੇ ਕਿ ਉਹਦੀ ਜਿਹੜੀ ਰਿਸਰਚ ਹੈ ਉਹ ਜ਼ਿਆਦਾ ਤੋਂ ਜ਼ਿਆਦਾ ਆਰਗੈਨਿਕ ਫਾਰਮਿੰਗ ਦੇ ਓਰੀਐਂਟਡ ਹੋਵੇ। ਉਹ ਕੈਮੀਕਲ ਕੰਪਨੀਜ਼ ਦੀ ਰਿਕਮੈਂਡੇਸ਼ਨ ਛੱਡ ਕੇ ਤੇ ਉਹ ਆਰਗੈਨਿਕ ਫਾਰਮਿੰਗ ਤੇ ਰਿਸਰਚ ਕਰੇ, ਛੋਟੇ ਛੋਟੇ ਟੂਲ ਬਣਾਵੇ, ਹੈਂਡ ਟੂਲ ਬਣਾਵੇ, ਕਿਉਂਕਿ ਆਰਗੈਨਿਕ ਫਾਰਮਰ ਨੂੰ ਸਭ ਤੋਂ ਜ਼ਿਆਦਾ ਸਮੱਸਿਆ ਹੁੰਦੀ ਹੈ ਲੇਬਰ ਦੀ। ਤੇ ਉਹ ਇੱਦਾਂ ਦੀ ਮਸ਼ੀਨਾਂ ਛੋਟੀ ਬਣਾਏ ਜਿਹਦੇ ਵਾਸਤੇ ਕੋਈ ਵੱਡੀ ਸੰਦ ਦੀ ਲੋੜ ਨਹੀਂ, ਵੱਡੇ ਟਰੈਕਟਰ ਦੀ ਲੋੜ ਨਹੀਂ, ਉਹ ਹੱਥ ਨਾਲ ਆਪਰੇਟ ਹੋਵੇ ਤੇ ਇੱਦਾਂ ਦੀ ਟੈਕਨੋਲੋਜੀਜ਼ ਇਵੋਲਵ ਕਰੇ। ਕੰਜ਼ਿਊਮਰਸ ਨੂੰ ਇਹ ਸੁਨੇਹਾ ਮੇਰਾ ਹੈਗਾ ਹੈ ਕਿ ਉਹਨਾਂ ਨੇ ਜੇ ਚੰਗੀ ਸਿਹਤ ਤੇ ਚੰਗੀ ਜ਼ਿੰਦਗੀ ਜੀਣੀ ਹੈ ਤੇ ਉਹ ਆਰਗੈਨਿਕ ਖਾਣਾ ਸ਼ੁਰੂ ਕਰਨ ਤੇ ਆਪਣੇ ਉਗਾਉਣ ਵੀ, ਤੇ ਕਿਸਾਨਾਂ ਨਾਲ ਇੱਕ ਪਰਿਵਾਰਿਕ ਰਿਸ਼ਤਾ ਬਣਾਉਣ। ਉਹ ਉਹਨਾਂ ਕਿਸਾਨਾਂ ਨਾਲ ਮਤਲਬ ਰਾਬਤਾ ਬਣਾਉਣ ਜਿਹੜੇ ਆਰਗੈਨਿਕ ਖੇਤੀ ਕਰਦੇ ਆ, ਉਹਨਾਂ ਨਾਲ ਇੱਕ ਪਰਿਵਾਰਿਕ ਸੰਬੰਧ ਬਣਾਉਣ ਤੇ ਫਿਰ ਜਿਹੜਾ ਫੈਮਿਲੀ ਫਾਰਮਰ ਕਨਸੈਪਟ ਹੈ ਉਹਨੂੰ ਸਾਕਾਰ ਕਰਨ। ਤੇ ਜਿਹੜੇ ਸਰਕਾਰ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਸਰਕਾਰ ਜਿਹੜੇ ਕਿਸਾਨ ਕੁਦਰਤੀ ਖੇਤੀ ਕਰ ਰਹੇ ਹੈ ਉਹਨਾਂ ਨੂੰ ਮਾੜਾ ਮੋਟਾ ਕੁਝ ਇਨਸੈਂਟਿਵ ਦੇਵੇ, ਕਿਉਂਕਿ ਇੱਕ ਕੈਮੀਕਲ ਖੇਤੀ ਕਰਨ ਵਾਲੇ ਕਿਸਾਨ ਨੂੰ ਤਾਂ ਸਬਸਿਡੀ ਮਿਲ ਜਾਂਦੀ ਹੈ, ਉਹਨੂੰ ਯੂਰੀਆ ਤੇ ਵੀ ਸਬਸਿਡੀ ਮਿਲੇਗੀ, DAP ਤੇ ਵੀ ਸਬਸਿਡੀ ਮਿਲੇਗੀ, ਸੰਦਾਂ ਤੇ ਵੀ ਸਬਸਿਡੀ ਮਿਲੇਗੀ, ਹਰ ਇੱਕ ਚੀਜ਼ ਤੇ। ਪਰ ਜਿਹੜਾ ਕਿਸਾਨ ਕੁਦਰਤੀ ਖੇਤੀ ਕਰ ਰਿਹਾ ਹੈ, ਜਿਹੜਾ ਕਿਸਾਨ ਕੁਦਰਤ ਦੀ ਰੱਖਿਆ ਕਰ ਰਿਹਾ ਹੈ, ਜਿਹੜਾ ਕੋਈ ਐਮਿਸ਼ਨ ਨਹੀਂ ਕਰ ਰਿਹਾ ਫालतू ਦਾ, ਹੈ ਨਾ, ਜਿਹੜਾ ਗ੍ਰੀਨ ਕਵਰ ਨੂੰ ਵਧਾ ਰਿਹਾ, ਉਹਨੂੰ ਕੋਈ ਸਬਸਿਡੀ ਨਹੀਂ ਦਿੱਤੀ ਜਾਂਦੀ, ਉਹਨੂੰ ਕੋਈ ਸਹਾਇਤਾ ਨਹੀਂ ਮਿਲਦੀ। ਤੇ ਮੇਰਾ ਇਹੀ ਬੇਨਤੀ ਰਹੇਗੀ ਸਾਡੀ ਸੰਸਥਾ ਵੱਲੋਂ ਵੀ ਕਿ ਜਿਹੜੇ ਕਿਸਾਨ ਕੁਦਰਤੀ ਖੇਤੀ ਕਰ ਰਹੇ ਹੈ ਘੱਟੋ ਘੱਟ ਉਹਨਾਂ ਦਾ ਕੁਝ ਸਮਰਥਨ ਤੈਅ ਕੀਤਾ ਜਾਵੇ, ਉਹਨਾਂ ਦੀ ਬਾਂਹ ਫੜੀ ਜਾਵੇ, ਉਹਨਾਂ ਦੇ ਉਤਸ਼ਾਹ ਵਧਣ ਵਾਸਤੇ ਉਹਨਾਂ ਨੂੰ ਸਨਮਾਨਿਤ ਕੀਤਾ ਜਾਵੇ ਕਿ ਭਾਈ ਇਹ ਕਿਸਾਨ ਨੇ ਜਿਹੜੇ ਖੇਤੀ ਪਰਾਲੀ ਨੂੰ ਅੱਗ ਨਹੀਂ ਲਾ ਰਹੇ, ਜਿਹੜੇ ਕੁਦਰਤੀ ਖੇਤੀ ਕਰ ਰਹੇ ਹੈ, ਜਿਹੜੇ ਜ਼ਮੀਨ ਨੂੰ ਬਚਾ ਰਹੇ ਹੈ, ਜਿਨ੍ਹਾਂ ਨੇ ਆਪਣੇ ਆਲੇ ਦੁਆਲੇ ਪੌਦੇ ਲਾਏ ਹੋਏ ਹੈ ਵਾਧੂ ਪ੍ਰਕਾਰ ਦੇ, ਤੇ ਇਹਨਾਂ ਨੂੰ ਥੋੜ੍ਹਾ ਜਿਹਾ ਇਨਸੈਂਟਿਵ ਮਿਲੇ ਜੀ। ਡਾਕਟਰ ਸਾਹਿਬ ਇਸ ਟਾਈਮ ਤੇ ਪ੍ਰੋਬਲਮ ਚੱਲ ਰਹੀ ਹੈ ਚਿੱਟੇ ਮੱਛਰ ਦੀ, ਤੇ ਨਰਮੇ ਤੇ ਉਹਦੇ ਲਈ ਕੀ ਸਿਫਾਰਿਸ਼ ਕਰਦੇ ਹੋ? ਸਾਡੇ ਵੱਲੋਂ ਜਿਹੜਾ ਅਸੀਂ ਆਰਗੈਨਿਕ ਕਾਟਨ ਕਰਾਉਂਦੇ ਹਾਂ, ਅਸੀਂ ਉਹਦੇ 'ਚ ਮਾਈਕਰੋ ਕਲਾਈਮੇਟ, ਕਿਉਂਕਿ ਉਹਦਾ ਡਿਜ਼ਾਈਨ ਇੱਦਾਂ ਹੀ ਕਰਦੇ ਹਾਂ ਕਿ ਕੀੜੇ ਦਾ ਪ੍ਰਭਾਵ ਪਏ ਨਾ। ਬਾਉਂਡਰੀ ਲਵਾਉਂਦੇ ਹਾਂ ਜਾਂ ਅਰਹਰ ਲਵਾਉਂਦੇ ਹਾਂ, ਜਦੋਂ ਬਾਉਂਡਰੀ 'ਤੇ ਤੁਸੀਂ ਉਹ ਚੀਜ਼ ਲਾਤੀ ਤੇ ਉਹਦਾ ਇੱਕ ਮਾਈਕਰੋ ਕਲਾਈਮੇਟ ਬਣ ਜਾਏਗਾ, ਉਹਦੇ 'ਚ ਇੰਨੀ ਸਮੱਸਿਆ ਨਹੀਂ ਹੁੰਦੀ। ਦੂਜੀ ਮੱਕੀ ਤੇ ਜਿਹੜੇ ਪਤੰਗਿਆਂ ਨੂੰ ਕੰਟਰੋਲ ਕਰਨ ਵਾਸਤੇ ਪੰਛੀ ਆਉਂਦੇ ਆ, ਪੰਛੀਆਂ ਦਾ ਇੱਕ ਬਹੁਤ ਵੱਡਾ ਰੋਲ ਹੁੰਦਾ ਹੈ ਆਪਣੀ ਖੇਤੀ 'ਚ, ਤੇ ਇੱਕ ਮਿੱਤਰ ਕੀਟਾਂ ਦਾ। ਤੇ ਅਸੀਂ ਉਹ ਪਹਿਚਾਣ ਕਰਾਉਂਦੇ ਹਾਂ ਕਿ ਜੇ ਤੁਹਾਡੇ ਖੇਤ 'ਚ ਮਿੱਤਰ ਕੀਟਾਂ ਦੀ ਸੰਖਿਆ ਵੱਧ ਗਈ ਤੇ ਤੁਹਾਨੂੰ ਕੋਈ ਯੂਰੀਆ DAP ਸਪਰੇਅ ਕੁਛ ਕਰਨ ਦੀ ਲੋੜ ਨਹੀਂ। ਤੇ ਇਹਦੇ ਵਾਸਤੇ ਇਹਦਾ ਡਾਇਰੈਕਟ ਕੋਈ ਸਿਫਾਰਿਸ਼ ਨਹੀਂ ਹੈ ਕਿ ਵੀ ਤੁਸੀਂ ਇਹ ਛਿੜਕ ਦਿਓ ਤੇ ਚਿੱਟਾ ਮੱਛਰ ਕੰਟਰੋਲ ਹੋ ਜੇ, ਉਹ ਕੁਝ ਨਹੀਂ ਹੈ ਇੱਦਾਂ ਦਾ। ਇਹਦੇ ਵਾਸਤੇ ਤੁਹਾਨੂੰ ਓਵਰ ਦਾ ਈਅਰ ਮਤਲਬ ਸ਼ੁਰੂਆਤ ਤੋਂ ਹੀ ਤਿਆਰੀ ਕਰਨੀ ਪਏਗੀ ਜੀ। ਡਾਕਟਰ ਸਾਹਿਬ ਗੁਲਾਬੀ ਸੁੰਡੀ ਦੀ ਤਿਆਰੀ ਹੈ ਜੀ,
ਕਿਸਾਨ ਦੀਆਂ ਬੁਰੂਆਂ ਤੇ ਖੜੀ ਹੈ, ਕਾਟਨ ਖੇਤਰ ਦੇ ਬਾਰਡਰ ਤੇ ਖੜੀ ਹੈ, ਤਾਂ ਉਹਦੇ ਲਈ ਕੋਈ ਸਿਫਾਰਿਸ਼ ਹੈ? ਪਿਛਲੀ ਵਾਰੀ ਅਸੀਂ ਪਿਛਲੀ ਵਾਰੀ ਵੀ ਇਹ ਗੁਲਾਬੀ ਸੁੰਡੀ ਦੀ ਬਹੁਤ ਜ਼ਿਆਦਾ ਸਮੱਸਿਆ ਆਈ ਸੀ ਤੇ ਸਾਡੇ ਜਿਹੜੇ ਆਰਗੈਨਿਕ ਫਾਰਮਰ ਸੀਗੇ ਉਹਨਾਂ ਨੇ ਇਹ ਗੱਲ ਦੱਸੀ ਕਿ ਉਹਨਾਂ ਦੇ ਖੇਤ 'ਚ ਇਹ ਕੋਈ ਸਮੱਸਿਆ ਨਹੀਂ ਆਈ। ਠੀਕ ਹੈ, ਉਹ ਕਿਉਂਕਿ ਉਹਨਾਂ ਨੇ ਕੋਈ ਵੀ ਉਹਦੇ ਨਾਲ ਕੋਈ ਛੇੜਖਾਨੀ ਨਹੀਂ ਕੀਤੀ, ਉਹਨੂੰ ਕੋਈ ਇਹਨਾਂ ਦਾ ਐਨਵਾਇਰਨਮੈਂਟ ਨਹੀਂ ਕ੍ਰੀਏਟ ਕੀਤਾ ਕਿ ਬਈ ਉਹ ਉੱਥੇ ਜ਼ਿਆਦਾ ਪਨਪ ਪਾਏ। ਤੇ ਉਹਦੇ ਵਾਸਤੇ ਅਸੀਂ ਇਹ ਰਿਕਮੈਂਡੇਸ਼ਨ ਕਰਦੇ ਹਾਂ ਕਿ ਸਭ ਤੋਂ ਪਹਿਲਾਂ ਤਾਂ ਬਈ ਜਿਹੜਾ ਤੁਸੀਂ ਆਲੇ ਦੁਆਲੇ ਟ੍ਰੈਪ ਕ੍ਰੋਪ ਲਾਓਗੇ ਉਹ ਸਾਰੀ ਚੀਜ਼ਾਂ ਤੁਸੀਂ ਲਾਓ, ਗੈਂਦੇ ਦੇ ਫੁੱਲ ਵਿੱਚ ਲਾਓ। ਤੇ ਫਿਰ ਵੀ ਜੇ ਕਿਤੇ ਆ ਜਾਂਦੀ ਹੈ ਜਦੋਂ ਮਤਲਬ ਉਹਨੂੰ ਕੈਲਕੂਲੇਟ ਕਰੋ, ਫਿਰ ਵੀ ਜੇ ਕਿਤੇ ਆ ਜਾਂਦੀ ਹੈ ਤਾਂ ਉਹਦੇ ਵਾਸਤੇ ਇਹ ਕੋੜੇ ਪੱਤਿਆਂ ਦਾ ਘੋਲ ਹੁੰਦਾ ਹੈ, ਇਹ ਸਾਰੀ ਚੀਜ਼ਾਂ ਹੁੰਦੀਆਂ, ਇਹ ਕੁਝ ਹੱਦ ਤੱਕ ਉਹਨੂੰ ਕੰਟਰੋਲ ਕਰ ਸਕਦੀ ਹੈ। ਪਰ ਇਹਦੇ ਵਾਸਤੇ ਇਹ ਨਹੀਂ ਕਹਿ ਸਕਦੇ ਕਿ ਬਿਲਕੁਲ ਖਤਮ ਕਰ ਦੇਗੀ। ਇਹਦੇ ਵਾਸਤੇ ਜੇ ਤੁਸੀਂ ਚਾਹੁੰਦੇ ਹੋ ਕਿ ਇਹ ਬਿਲਕੁਲ ਖਤਮ ਹੋਵੇ ਤਾਂ ਸ਼ੁਰੂਆਤ ਤੋਂ ਤਿਆਰੀ ਇਦਾਂ ਦੀ ਕਰੋ ਕਿ ਤੁਹਾਡੇ ਖੇਤ ਉਹ ਬੜੇ ਹੀ ਨਾ। ਤੁਹਾਡਾ ਡਾਕਟਰ ਸਾਹਿਬ ਨਾਮ, ਅਹੁਦਾ ਤੇ ਕੋਈ ਫੋਨ ਨੰਬਰ ਵਗੈਰਾ? ਜੀ, ਮੇਰਾ ਨਾਮ ਸੌਰਭ ਸੈਣੀ ਹੈ, ਮੈਂ ਅਸਿਸਟੈਂਟ ਡਾਇਰੈਕਟਰ ਦੀ ਪੋਸਟ ਤੇ ਹਾਂ ਖੇਤੀ ਵਿਰਾਸਤ ਮਿਸ਼ਨ 'ਚ। ਮੇਰਾ ਫੋਨ ਨੰਬਰ ਹੈਗਾ 70871 07172 70871 07172। ਖੇਤੀ ਵਿਰਾਸਤ ਮਿਸ਼ਨ ਦਾ ਜੈਤੋ ਹੈੱਡ ਆਫਿਸ ਹੈ ਆਰਵੀ ਸ਼ਾਂਤੀ ਨਗਰ 'ਚ। ਤੁਸੀਂ ਸਾਰੇ ਜਦੋਂ ਮਰਜ਼ੀ ਆ ਸਕਦੇ ਹੋ। ਤੇ ਸਾਡਾ YouTube ਚੈਨਲ ਹੈਗਾ ਖੇਤੀ ਵਿਰਾਸਤ ਮਿਸ਼ਨ ਦੇ ਨਾਮ ਤੇ। ਉੱਥੇ ਸਾਡੇ ਸਾਰੇ ਐਕਸਪਰਟਸ ਦੀ ਵੀਡੀਓਜ਼ ਪਈਆਂ, ਸਾਡੇ ਕਿਸਾਨਾਂ ਦੀ ਵੀਡੀਓਜ਼ ਪਈਆਂ ਜਿਹੜੇ ਸਕਸੈਸਫੁਲ ਫਾਰਮਿੰਗ ਕਰਦੇ ਆ ਹਰ ਤਰ੍ਹਾਂ ਦੀ, ਭਾਵੇਂ ਤੁਸੀਂ ਬਾਗਬਾਨੀ ਕਰਨੀ ਹੋਵੇ। ਤੇ ਉੱਥੇ ਦੇਸ਼ ਭਰ ਦੇ ਆਰਗੈਨਿਕ ਫਾਰਮਰਸ ਜਿਹੜੇ ਮਾਸਟਰ ਆਰਗੈਨਿਕ ਫਾਰਮਰਸ ਹੈਗੇ ਆ ਉਹਨਾਂ ਦੀ ਵੀ ਵੀਡੀਓਜ਼ ਪਈਆਂ, ਉਹ ਵੀ ਤੁਸੀਂ ਦੇਖ ਸਕਦੇ ਹੋ ਜੀ। ਕਿਸਾਨ ਵੀਰੋ, ਕੱਲ ਦੁਬਾਰਾ ਫੇਰ ਇਸੇ ਥਾਂ ਤੇ ਲਾਰਡ ਰਾਮਾ ਸਕੂਲ, ਹਨੂੰਮਾਨ ਚੌਕ, ਬਠਿੰਡਾ ਤੇ ਇਹਨਾਂ ਦਾ ਮੇਲਾ ਵੀ ਲੱਗ ਰਿਹਾ ਤੇ ਇਸ ਖੇਤੀ ਸੰਬੰਧੀ ਜਾਣਕਾਰੀ ਵੀ ਦੇਣਗੇ। ਉਹਦੇ 'ਚ ਵੱਧ ਤੋਂ ਵੱਧ ਸ਼ਾਮਲ ਹੋ ਕੇ ਤੁਸੀਂ ਆਪਣੀ ਜ਼ਹਿਰ ਮੁਕਤ ਖੇਤੀ ਲਈ ਇੱਕ ਪਲੇਟਫਾਰਮ ਤਿਆਰ ਕਰ ਸਕਦੇ ਹੋ। ਉਹ ਪਲੇਟਫਾਰਮ ਤੁਹਾਨੂੰ ਮਿਲ ਸਕਦਾ ਹੈ। ਧੰਨਵਾਦ।